कुल बिखै प्रगटे नानक राय। तिन विधियन की कुल बिखै प्रगटे नानक राय। सब सिखन को सुख दए जै तह पए सहाय। सब सिखन सिखन को सुख दे जय तह सहाय। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੱਚੇ ਪਾਤਸ਼ਾਹ ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਪਾਵਨ ਪਵਿੱਤਰ ਅਵਤਾਰ ਦਿਵਸ ਨੂੰ ਸਮਰਪਿਤ ਅੱਜ ਦੇ ਵਿਸ਼ੇਸ਼ ਦੀਵਾਨ ਗੁਰਦੁਆਰਾ ਸਿੱਖ ਸਭਾ ਕੈਨੇਡਾ ਗੁਰਦੁਆਰਾ ਸਾਹਿਬ ਵਿਖੇ ਸਮੂਹ ਸਾਧ ਸੰਗਤ ਦੇ ਸਹਿਯੋਗ ਦੇ ਨਾਲ ਸਤਿਕਾਰਯੋਗ ਮਿਊਨਿਸਪਲ ਮੈਂਬਰਸ, ਪਾਰਲੀਮੈਂਟ ਮੈਂਬਰਸ ਸਾਰੇ ਰਲ ਮਿਲ ਕੇ ਗੁਰੂ ਸਾਹਿਬ ਦੀ ਬਖਸ਼ਿਸ਼ਾਂ ਲੈਣ ਦੇ ਲਈ ਗੁਰਦੁਆਰਾ ਸਾਹਿਬ ਵਿਖੇ ਇਕੱਤਰਿਤ ਹੋਏ ਹਾਂ। ਸੱਚੇ ਪਾਤਸ਼ਾਹ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਜੋ ਸਰਬ ਸਾਂਝਾ ਉਪਦੇਸ਼ ਹੈ ਉਹ ਸਾਨੂੰ ਗੁਰ ਦਰਬਾਰ ਦੇ ਅੰਦਰ ਅੱਜ ਪ੍ਰਤੱਖ ਨਜ਼ਰ ਆ ਰਿਹਾ ਹੈ। ਜਿੱਥੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਬਾਦਸ਼ਾਹੀਆਂ ਐਸੀ ਦਰਬਾਰ ਤੋਂ ਬਹਾਦਰ ਸ਼ਾਹ ਜ਼ਫਰ ਨੂੰ ਬਖਸ਼ਿਸ਼ ਕੀਤੀਆਂ ਸੀ। ਜਦੋਂ ਨਦੌਣ ਦੀ ਜੰਗ ਦੇ ਅੰਦਰ ਬਹਾਦਰ ਸ਼ਾਹ ਜ਼ਫਰ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਦੇ ਕੋਲ ਫਰਿਆਦ ਲੈ ਕੇ ਆਇਆ ਸੀ, ਪਾਤਸ਼ਾਹ ਤਾਰਾ ਆਜ਼ਮ ਮੇਰਾ ਭਰਾ ਮੈਨੂੰ ਮਾਰਨ ਦੇ ਲਈ ਜਾਜੋ ਕੀ ਸਰਾय ਵਿਖੇ ਜੰਗ ਵਿਖੇ ਬੁਲਾ ਰਿਹਾ ਹੈ। ਤਦੋਂ ਕਲਗੀਧਰ ਪਾਤਸ਼ਾਹ ਮਹਾਰਾਜ ਨੇ ਆਪਣੀ ਗੈਬੀ ਫੌਜਾਂ ਭੇਜ ਕੇ ਉਹ ਜੰਗ ਦੇ ਅੰਦਰ ਪਾਤਸ਼ਾਹ ਨੇ ਫਤਿਹ ਕਰਾਈ ਸੀਗੀ। ਬਹਾਦਰ ਸ਼ਾਹ ਜ਼ਫਰ ਨੂੰ ਹਿੰਦੁਸਤਾਨ ਦੇ ਤਖਤ ਤੇ ਬਿਠਾਇਆ ਸੀ। ਜਦੋਂ ਉਹਨੇ ਮੁਗਲਾਂ ਨੇ ਖਾਲਸਾ ਦੇ ਨਾਲ ਮੱਥਾ ਲਾਇਆ ਤਦੋਂ ਬਾਬਾ ਬਘੇਲ ਸਿੰਘ, ਬਾਬਾ ਰਣ ਸਿੰਘ, ਬਾਬਾ ਰਾਮ ਸਿੰਘ, ਬਾਬਾ ਬਾਜ ਸਿੰਘ, ਭਾਈ ਸੰਤੋਖ ਸਿੰਘ ਵਰਗੇ ਯੋਧਿਆਂ ਨੇ ਦਿੱਲੀ ਦੇ ਤਖਤ ਦੇ ਉੱਤੇ ਜਾ ਕੇ ਖਾਲਸਾ ਪੰਥ ਦਾ ਝੰਡਾ ਝੁਲਾਇਆ ਤੇ ਖਾਲਸੇ ਪੰਥ ਦਾ ਫੇਰ ਮੁੜ ਕੇ ਰਾਜ ਆਇਆ। ਕਿਉਂਕਿ ਜਿਹੜੀ ਬਖਸ਼ਿਸ਼ਾਂ ਗੁਰੂ ਨਾਨਕ ਦੇ ਘਰ ਤੋਂ ਮਿਲਦੀਆਂ ਨੇ ਉਹ ਅੱਜ ਸਮੁੱਚੀ ਜਗਤ ਨੂੰ ਇਹ ਸਮਝ ਆ ਗਿਆ ਵੀ ਗੁਰੂ ਨਾਨਕ ਮਹਾਰਾਜ ਦੇ ਘਰ ਦੇ ਅੰਦਰ ਕੋਈ ਵੀ ਐਸੀ ਦਾਤ ਨਹੀਂ ਜੋ ਪਾਤਸ਼ਾਹ ਨਹੀਂ ਦੇ ਸਕਦੇ। ਅੱਜ ਗੁਰੂ ਨਾਨਕ ਸਾਹਿਬ ਮਹਾਰਾਜ ਦਾ ਗੁਰਪੁਰਬ ਹੈ। ਸਾਰੀ ਸੰਗਤ ਅਸੀਂ ਰਲ ਮਿਲ ਕੇ ਗੁਰੂ ਬਾਬਾ ਜੀ ਦੀ ਉਸਤਤ ਸੁਣਨ ਦੇ ਲਈ ਆਏ ਹਾਂ। ਆਓ ਹੁਣ ਆਪਣੀ ਮਨਚਿਤ ਬਿਰਤੀਆਂ ਨੂੰ ਇਕਾਗਰ ਕਰੀਏ। ਜਿੱਥੇ ਹੁਣ ਤੁਸੀਂ ਗੁਰੂ ਸਾਹਿਬ ਮਹਾਰਾਜ ਜੀ ਦਾ ਕੀਰਤਨ ਸਰਵਣ ਕਰ ਰਹੇ ਸੀਗੇ, ਆਓ ਹੁਣ ਗੁਰੂ ਦੀ ਕਥਾ ਵੀ ਸੁਣੀਏ। ਸਭ ਤੇ ਉੱਤਮ ਹਰ ਕੀ ਕਥਾ, ਨਾਮ ਸੁਨਤ ਦਰਦ ਦੁਖ ਲੱਥਾ। ਆਓ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਪਵਿੱਤਰ ਕਥਾ ਸੁਣਨ ਦੇ ਲਈ ਸਾਰੀ ਸੰਗਤ ਰਲ ਮਿਲ ਕੇ ਆਖਣਾ ਕਰੀਏ ਜੀ, ਸਤਨਾਮ ਵਾਹਿਗੁਰੂ ਸਾਹਿਬ ਜੀ। ਸਤਨਾਮ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੁਣੀ ਪੁਕਾਰ ਦਾਤਾਰ ਪ੍ਰਭ, ਗੁਰੂ ਨਾਨਕ ਜਗ ਮਾਹੇ ਪਠਾਇਆ। ਸੱਚੇ ਪਾਤਸ਼ਾਹ ਅਕਾਲ ਪੁਰਖ ਵਾਹਿਗੁਰੂ ਜੀ ਨੇ ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ ਧਰਤੀ ਦੇ ਉੱਤੇ ਅਵਤਰਨ ਦੇਣ ਦੇ ਲਈ, ਅਵਤਾਰ ਦੇਣ ਦੇ ਲਈ ਅੱਜ ਵਾਲਾ ਦਿਨ ਨਿਯਤ ਕੀਤਾ ਸੀ। ਮਾਤਾ ਤ੍ਰਿਪਤਾ ਜੀ ਦੇ ਪਾਵਨ ਪਵਿੱਤਰ ਉਦਰ ਤੋਂ ਮਹਿਤਾ ਕਲਿਆਣ ਦਾਸ ਜੀ ਦੇ ਘਰ 1526 ਬਿਕਰਮੀ ਕੱਤਕ ਦੀ ਪੂਰਨਮਾਸ਼ੀ ਨੂੰ ਅੱਜ ਵਾਲੇ ਦਿਨ 8 ਕੋਨਿਆਂ ਵਾਲਾ ਦੀਵਾ ਜੋ ਘਰ ਪ੍ਰਕਾਸ਼ਮਾਨ ਸੀ ਉਸ ਦੀ ਲੋ ਮੱਧਮ ਪੈ ਗਈ ਜਦੋਂ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਅਵਤਾਰ ਹੋਇਆ। 33 ਕਰੋੜ ਦੇਵੀ ਦੇਵਤਿਆਂ ਨੇ ਫੁੱਲਾਂ ਦੀ ਵਰਖਾ ਕੀਤੀ ਕਿਉਂਕਿ ਕਲਯੁਗ ਦੇ ਅੰਦਰ ਭਗਵਾਨ ਦਾ ਅਵਤਾਰ ਹੁਣ ਹੋਇਆ ਸੀ ਪਹਿਲੀ ਵਾਰੀ। ਪਹਿਲੇ ਅਵਤਾਰ ਸਤਜੁਗ, ਤ੍ਰੇਤਾ ਤੇ ਦੁਆਪਰ ਦੇ ਆਪਣੀ ਆਪਣੀ ਕਲਾ ਦਿਖਾ ਕੇ ਧਰਤੀ ਦੇ ਉੱਤੇ ਧਰਮ ਦਾ ਪ੍ਰਚਾਰ ਕਰਕੇ ਗਏ। ਪਰ ਹੁਣ ਅਕਾਲ ਪੁਰਖ ਵਾਹਿਗੁਰੂ ਦਾ ਜੋ ਸੰਦੇਸ਼ ਸੀਗਾ ਉਹ ਵਾਹਿਗੁਰੂ ਗੁਰਮੰਤਰ ਜੋ ਸੀਗਾ, ਵਾਵਾ ਵਾਸੁਦੇਵ, ਹਾਹਾ ਹਰੀ, ਗੱਗਾ ਗੋਬਿੰਦ ਤੇ ਰਾਰਾ ਰਾਮ, 9 ਯੁਗ ਗੁਰੂ ਪਾਤਸ਼ਾਹ ਜੀ ਨੇ ਇੱਕ ਸ਼ਬਦ ਦਾ ਜਾਪ ਕੀਤਾ। 36 ਯੁਗ ਜਾਪ ਕਰਦੇ ਹੋਏ ਅਕਾਲ ਪੁਰਖ ਵਾਹਿਗੁਰੂ ਦੇ ਅੰਦਰ ਜਦੋਂ ਭੇਦਤਾ ਹੋ ਗਈ ਗੁਰੂ ਨਾਨਕ ਸਾਹਿਬ ਮਹਾਰਾਜ ਦੀ,
ਇੰਨੀ ਭੇਦਤਾ ਤੋਂ ਬਾਅਦ ਭਾਈ ਗੁਰਦਾਸ ਜੀ ਨੇ ਆਪਣੀ ਵਾਰਾਂ ਦੇ ਅੰਦਰ 23ਵੀਂ ਵਾਰ ਦੇ ਅੰਦਰ ਪਹਿਲੀ ਵਾਰ ਦੀ 23ਵੀਂ ਪੌੜੀ ਦੇ ਅੰਦਰ ਇਹ ਪੰਕਤੀ ਲਿਖੀ ਹੈ, ਸੁਣੀ ਪੁਕਾਰ ਦਾਤਾਰ ਪ੍ਰਭ ਗੁਰ ਨਾਨਕ ਜਗ ਮਾਹੇ ਪਠਾਇਆ। ਧਰਤੀ ਦੀ ਪੁਕਾਰ ਸੁਣੀ, हे ਵਾਹਿਗੁਰੂ ਅਕਾਲ ਪੁਰਖ ਜੀ ਮੇਰੇ ਉੱਤੇ ਪਾਪ ਬਹੁਤ ਵੱਧ ਗਿਆ, ਕਿਰਪਾ ਕਰੋ ਹੁਣ ਆਪਣਾ ਅਵਤਾਰ ਧਰਤੀ ਤੇ ਤੁਸੀਂ ਭੇਜੋ ਤੇ ਇਸ ਸੰਸਾਰ ਤੋਂ ਹੁਣ ਪਾਪ ਦੂਰ ਕਰਕੇ ਧਰਮ ਦਾ ਪ੍ਰਕਾਸ਼ ਕਰੋ। ਆਓ ਸੰਗਤ ਜੀ, ਆਪ ਸਮੂਹ ਸਾਧ ਸੰਗਤ ਘਰੋਂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਚਰਨਾਂ 'ਚ ਹਾਜ਼ਰੀ ਲਵਾਉਣ ਆਏ ਆ। ਹਾਜ਼ਰੀ ਕੀ ਹੁੰਦੀ ਹੈ? ਗੁਰੂ ਬਾਬਾ ਜੀ ਦੀ ਬਾਣੀ ਦੇ ਅੰਦਰ ਹੀ ਲਿਖਿਆ ਹੈ, ਹਾਜ਼ਰੀ ਹਮੇਸ਼ਾ ਮਨ ਦੀ ਹੁੰਦੀ ਹੈ। ਜੇ ਕੋਈ ਵਿਅਕਤੀ ਮਨ ਕਰਕੇ ਗੁਰੂ ਨੂੰ ਯਾਦ ਕਰ ਲਵੇ, ਤਦੋਂ ਗੁਰੂ ਉਹਦੇ ਹਿਰਦੇ ਦੇ ਅੰਦਰ ਆਪਣੀ ਹਾਜ਼ਰੀ ਦਾ ਠੱਪਾ ਲਾ ਦਿੰਦਾ। ਆਓ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਚਰਨਾਂ 'ਚ ਹਾਜ਼ਰੀ ਕਿਸ ਤਰ੍ਹਾਂ ਲੱਗ ਸਕਦੀ ਹੈ? ਗੁਰੂ ਪਾਤਸ਼ਾਹ ਮਹਾਰਾਜ ਜੀ ਦਾ ਸ਼ਬਦ ਪੜ੍ਹ ਕੇ। ਆਓ ਸਾਰੀ ਸੰਗਤ ਰਲ ਮਿਲ ਕੇ ਗੱਜ ਕੇ ਪੜ੍ਹੀਏ, ਸਤਿਗੁਰ ਨਾਨਕ ਪ੍ਰਗਟਿਆ, 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 ਸਤਿਗੁਰ ਨਾਨਕ ਪ੍ਰਗਟਿਆ। ਮਿੱਟੀ ਧੁੰਦ ਜਗ ਚਾਨਣ ਹੋਆ, ਮਿੱਟੀ ਧੁੰਦ ਜਗ ਚਾਨਣ ਹੋਆ, ਮਿੱਟੀ ਧੁੰਦ ਜਗ ਚਾਨਣ ਹੋਆ, ਮਿੱਟੀ ਧੁੰਦ ਜਗ ਚਾਨਣ ਹੋਆ। ਜੋ ਕਰ ਸੂਰਜ ਨਿਕਲਿਆ ਤਾਰੇ ਛੱਪੇ ਅੰਧੇਰ ਪਲੋਆ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਇੰਨਾ ਪ੍ਰਕਾਸ਼ ਹੋਇਆ ਧਰਤੀ ਤੇ। ਭਾਈ ਗੁਰਦਾਸ ਨੇ ਲਿਖਿਆ ਕਿ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਅਕਾਲ ਪੁਰਖ ਵਾਹਿਗੁਰੂ ਜੀ ਨੇ ਧਰਤੀ ਦੇ ਉੱਤੇ ਪ੍ਰਕਾਸ਼ਮਾਨ ਕੀਤਾ ਹੈ। ਚਰਨ ਧੋਏ ਰਹਿ ਰਾਸ ਕਰ, ਚਰਨਾਮ੍ਰਿਤ ਸਿੱਖਾਂ ਪੀ ਲਾਇਆ। ਗੁਰੂ ਨਾਨਕ ਦੇਵ ਮਹਾਰਾਜ ਧਰਤੀ ਤੇ ਕਿੱਥੇ ਵੀ ਗਏ, ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਸਿੱਖ ਜਿਹੜੇ ਸੀਗੇ, ਉਹਨਾਂ ਨੇ ਮਹਾਰਾਜ ਜੀ ਦੇ ਚਰਨ ਧੋ ਧੋ ਕੇ ਪੀਤੇ। ਕਿਉਂਕਿ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਜੋ ਉਪਦੇਸ਼ ਸੀਗਾ, ਕਿਰਤ ਕਰੋ, ਨਾਮ ਜਪੋ ਅਤੇ ਵੰਡ ਕੇ ਛਕੋ, ਉਹ ਸਿਧਾਂਤ ਸਾਰੇ ਹਿੰਦੂ ਮੁਸਲਮਾਨ ਸਾਰਿਆਂ ਦੇ ਹਿਰਦੇ ਦੇ ਅੰਦਰ ਵਸ ਗਿਆ। ਸਰਬ ਸਾਂਝਤਾ ਦਾ ਜੋ ਉਪਦੇਸ਼ ਸੀਗਾ, ਚਰਨ ਧੋਏ ਰਹਿਰਾਸ ਕਰ, ਮਹਾਰਾਜ ਜੀ ਨੇ ਚਰਨ ਸਿੱਖ ਧੋ ਧੋ ਕੇ ਪੀਂਦੇ ਰਹੇ। ਰਹਿਰਾਸ ਹੁੰਦੀ ਹੈ ਅਰਦਾਸ ਕਰਨੀ, ਜੋਦੜੀ ਕਰਨੀ। ਗੁਰੂ ਪਾਤਸ਼ਾਹ ਜਿੱਥੇ ਵੀ ਜਾਂਦੇ, ਜਿੱਥੇ ਜਾਏ ਬਹੇ ਮੇਰਾ ਸਤਿਗੁਰੂ, ਸੋ ਥਾਨ ਸੁਹਾਵਾ RAM ਰਾਜੇ। ਉਹ ਸਿੱਖਾਂ ਨੇ ਥਾਨ ਪੂਜ ਲਏ ਜਿੱਥੇ ਗੁਰੂ ਬਾਬਾ ਜੀ ਚਰਨ ਪਾਉਂਦੇ ਰਹੇ। ਸੱਚੇ ਪਾਤਸ਼ਾਹ ਮਹਾਰਾਜ ਜੀ ਨੂੰ ਗੁਰੂ ਨਾਨਕ ਸਾਹਿਬ ਜਦੋਂ ਨਨਕਾਣਾ ਸਾਹਿਬ ਦੀ ਧਰਤੀ ਦੇ ਉੱਤੇ ਅਵਤਾਰ ਹੋਇਆ, ਜਿੱਥੇ ਜਿੱਥੇ ਗੁਰੂ ਬਾਬਾ ਜੀ ਜਾਂਦੇ ਰਹੇ, ਜਦੋਂ ਉਹਨਾਂ ਦੇ ਪਿਤਾ ਜੀ ਨੇ ਉਹਨਾਂ ਨੂੰ ਪੰਡਤ ਜੀ ਕੋਲ, ਪੰਡਤ ਹਰਦਿਆਲ ਕੋਲ ਪੜਨ ਨੂੰ ਭੇਜਿਆ, ਉੱਥੇ ਗੁਰੂ ਬਾਬਾ ਜੀ ਉਹਨਾਂ ਨੂੰ ਹੀ ਪੜ੍ਹਾ ਕੇ ਆ ਗਏ। ਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਉਹਨਾਂ ਨੂੰ ਹੀ ਪੜ੍ਹਾ ਦਿੱਤਾ। ਜਦੋਂ ਮੌਲਵੀ ਦੇ ਕੋਲ ਪੜਨ ਨੂੰ ਫਾਰਸੀ ਭੇਜਿਆ, ਉੱਥੇ ਪਾਤਸ਼ਾਹ ਨੇ ਬਾਣੀ ਉਚਾਰ ਕੇ ਉਹਨਾਂ ਨੂੰ ਹੀ ਸਿੱਖਿਆ ਦਾ ਉਪਦੇਸ਼ ਦੇ ਦਿੱਤਾ। ਯਕ ਕਰਜ਼ ਗੁਫਤਮ ਪੇਸ ਤੋ ਦਰ ਗੋਸ ਕੁਨ ਕਰਤਾਰ, ਹੱਕਾ ਕਬੀਰ ਕਰੀਮ ਤੂ ਬੇਅੈਬ ਪਰਵਰਦਿਗਾਰ। ਉਹਨਾਂ ਨੇ ਕਿਹਾ, ਮੌਲਵੀ ਜੀ, ਦੁਨੀਆ ਮੁਕਾਮੇ ਫਾਨੀ ਤਹਿਕੀਕ ਦਿਲਦਾਨੀ, ਇਹ ਦੁਨੀਆ ਤਾਂ ਖਤਮ ਹੋ ਜਾਣੀ ਹੈ। ਇਸ ਦੁਨੀਆ ਫਾਨੀ ਦੁਨੀਆ ਦੇ ਅੰਦਰ ਕੋਈ ਕਿਸੇ ਦੀ ਬਾਹ ਨਹੀਂ ਫੜਦਾ। ਮੌਲਵੀ ਜੀ ਦੇ ਮਨ ਤੋਂ ਬਿਰਾਗ ਤਰਵਾ ਕੇ ਉਹਨਾਂ ਨੂੰ ਨਾਮ ਦਾ ਉਪਦੇਸ਼ ਦਿੱਤਾ। ਸੱਚੇ ਪਾਤਸ਼ਾਹ ਗੁਰੂ ਨਾਨਕ ਦੇਵ ਮਹਾਰਾਜ ਜਿੱਥੇ ਜਿੱਥੇ ਧਰਤੀ ਤੇ ਗਏ, ਉੱਥੇ ਗੁਰਬਾਣੀ ਦਾ ਪ੍ਰਚਾਰ ਕੀਤਾ। ਸਿੱਖਾਂ ਨੇ ਚਰਨ ਧੋ ਧੋ ਕੇ ਰਹਿਰਾਸ ਕੀਤੀ ਤੇ ਮਹਾਰਾਜ ਪਹਿਲੀ ਪਾਤਸ਼ਾਹੀ ਤੋਂ ਲੈ ਕੇ 9ਵੀਂ ਪਾਤਸ਼ਾਹੀ ਤੱਕ ਚਰਨ ਪਹੁਲ ਦੀ ਮਰਿਆਦਾ ਸੀ। ਕਲਗੀਧਰ ਪਾਤਸ਼ਾਹ ਨੇ 1699 ਦੀ ਵਿਸਾਖੀ ਨੂੰ ਦੇਹਧਾਰੀ ਗੁਰੂ ਦੀ ਮਰਿਆਦਾ ਨੂੰ ਨਾਂਦੇੜ ਦੀ ਧਰਤੀ ਤੇ ਖਤਮ ਕਰਕੇ ਤੇ ਚਰਨਾਮ੍ਰਿਤ ਦੀ ਥਾਂ ਦੇ ਉੱਤੇ ਗੁਰੂ ਕੇ ਸਿੱਖਾਂ ਨੂੰ ਕਲਗੀਧਰ ਪਾਤਸ਼ਾਹ ਮਹਾਰਾਜ ਨੇ ਖੰਡੇ ਦੀ ਪਾਹੁਲ ਦਿੱਤੀ ਤੇ ਜ਼ਰੂਰੀ ਕਰ ਦਿੱਤਾ ਕਿ ਅੱਜ ਤੋਂ ਬਾਅਦ ਚਰਨ ਪਾਹੁਲ ਨਹੀਂ, ਜਿਹੜਾ ਗੁਰੂ ਦਾ ਖਾਲਸਾ ਹੈ ਉਹ ਕੇਸਾਧਾਰੀ ਹੋਵੇ,
ਪਰਾਈ ਇਸਤਰੀ ਦਾ ਗਮਨ ਨਾ ਕਰੇ, ਤੰਬਾਕੂ ਤੇ ਸ਼ਰਾਬ ਦੀ ਵਰਤੋਂ ਨਾ ਕਰੇ, ਤੇ ਗੁਰੂ ਪਾਤਸ਼ਾਹ ਮਹਾਰਾਜ ਨੇ ਕਿਹਾ ਕੇਸਾਂ ਦੀ ਬੇਦਬੀ ਨਾ ਕਰੇ। ਉਹ ਜਿਹੜਾ ਗੁਰੂ ਕਾ ਸਿੱਖ ਹੈ ਤੇ ਨਾ ਹੀ ਉਹ ਹਲਾਲ ਦਾ ਮਾंस ਖਾਵੇ। ਉਹ ਜਿਹੜਾ ਗੁਰੂ ਕਾ ਸਿੱਖ ਪੰਜ ਬਾਣੀਆਂ ਦਾ ਅੰਮ੍ਰਿਤਧਾਰੀ ਸਿੰਘ ਹੋਵੇਗਾ। ਖੰਡੇ ਬਾਟੇ ਦੀ ਪਾਹੁਲ ਲੈ ਕੇ ਉਹ ਹੁਣ ਖੰਡੇ ਬਾਟੇ ਦੀ ਪਾਹੁਲ ਛਕੇ। ਪਰ ਪਹਿਲੀ ਪਾਤਸ਼ਾਹੀ ਤੋਂ 9ਵੀਂ ਪਾਤਸ਼ਾਹੀ ਤੱਕ ਮਰਿਆਦਾ ਜੋ ਰਹੀ ਹੈ ਉਹ ਭਾਈ ਗੁਰਦਾਸ ਜੀ ਆਪਣੀ ਵਾਰਾਂ 'ਚ ਲਿਖ ਰਹੇ ਨੇ, ਚਰਨ ਧੋਏ ਰਹਿਰਾਸ ਕਰ ਚਰਨਾ ਅੰਮ੍ਰਿਤ ਗੁਰਸਿੱਖਾਂ ਪਿਲਾਇਆ। ਗੁਰੂ ਕੇ ਸਿੱਖਾਂ ਨੂੰ ਚਰਨਾ ਅੰਮ੍ਰਿਤ ਦੀ ਦਾਤ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਦਿੰਦੇ ਰਹੇ। ਪਾਰ ਬ੍ਰਹਮ ਪੂਰਨ ਬ੍ਰਹਮ ਕਲ ਜੁਗ ਅੰਦਰ ਇੱਕ ਦਿਖਾਇਆ। ਗੁਰੂ ਨਾਨਕ ਦੇਵ ਮਹਾਰਾਜ ਦੇ ਅੰਦਰ ਔਰ ਅਕਾਲ ਪੁਰਖ ਵਾਹਿਗੁਰੂ ਦੇ ਅੰਦਰ ਕੋਈ ਭੇਦ ਨਹੀਂ ਸੀਗਾ। ਕਲਯੁਗ ਬਾਬੇ ਤਾਰਿਆ, ਸਤਨਾਮ ਪੜ ਮੰਤਰ ਸੁਣਾਇਆ। ਏਕਾ ਜੋਤ ਗੁਰੂ ਨਾਨਕ ਦੇਵ ਮਹਾਰਾਜ ਦੇ ਅੰਦਰ ਔਰ ਅਕਾਲ ਪੁਰਖ ਵਾਹਿਗੁਰੂ ਦੇ ਅੰਦਰ ਕੋਈ ਭੇਦ ਨਹੀਂ ਸੀਗਾ। ਕਲਗੀਧਰ ਪਾਤਸ਼ਾਹ ਨੇ ਆਪਣੀ ਰਚਨਾ ਤੋਂ ਲਿਖਿਆ ਨੌਵਾਂ ਪਾਤਸ਼ਾਹੀਆਂ ਦੇ ਬਾਰੇ। ਸ਼੍ਰੀ ਦਸਮ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਸ਼੍ਰੀ ਨਾਨਕ ਅੰਗਦ ਕਰ ਮਾਨਾ, ਅਮਰਦਾਸ ਅੰਗਦ ਪਹਿਚਾਨਾ। ਅਮਰਦਾਸ ਰਾਮਦਾਸ ਕਹਾਇਓ, ਸਾਧਨ ਲਖਾ ਮੂੜ ਨਹਿ ਪਾਇਓ। ਭਿੰਨ ਭਿੰਨ ਸਭ ਹੂੰ ਕਰ ਜਾਨਾ, ਏਕ ਰੂਪ ਕਿਨਹੂ ਪਹਿਚਾਨਾ। ਜਿਨ ਜਾਨਾ ਤਿਨ ਹੀ ਸਿਧ ਪਾਈ, ਬਿਨ ਸਮਝੇ ਸਿਧ ਹਾਥ ਨਾ ਆਈ। ਇੱਕੋ ਹੀ ਜੋਤ ਸੀਗੇ ਦਸਾਂ ਪਾਤਸ਼ਾਹੀਆਂ ਵੀ ਤੇ ਅਕਾਲ ਪੁਰਖ ਵਾਹਿਗੁਰੂ ਜੀ। ਇੱਕੋ ਹੀ ਜੋਤ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ। ਚਾਰੇ ਪੈਰ ਧਰਮ ਦੇ ਚਾਰ ਵਰਨ ਇੱਕ ਵਰਨ ਕਰਾਇਆ। ਤੇ ਕਲਯੁਗ ਦੇ ਅੰਦਰ ਮਹਾਰਾਜ ਨੇ ਇੱਕ ਦਿਖਾ ਦਿੱਤਾ। ਖਾਲਸਾ ਜੀ ਧਰਤੀ ਤੇ ਜਿੰਨੇ ਅਵਤਾਰ ਹੋਏ ਉਹਨਾਂ ਨੇ ਆਪਣੇ ਨਾਮ ਦਾ ਜਾਪ ਕਰਵਾਇਆ, ਪਰ ਕਲਯੁਗ ਦੇ ਅੰਦਰ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਜਦੋਂ ਅਵਤਰਨ ਹੋਇਆ ਉਹਨਾਂ ਨੇ ਵਾਹਿਗੁਰੂ ਮੰਤਰ ਖਾਲਸੇ ਨੂੰ ਦ੍ਰਿੜ ਕਰਾਇਆ। ਆਖਣਾ ਕਰੋ ਸਤਨਾਮ। ਸੰਗਤ ਜੀ ਸਾਰੇ ਆਪਣੀ ਰਸਨਾ ਤੋਂ ਹਾਜ਼ਰੀ ਲਗਵਾਓ, ਆਖਣਾ ਕਰੋ ਸਤਨਾਮ। ਕਿਉਂਕਿ ਜਿਹੜਾ ਵਾਹਿਗੁਰੂ ਗੁਰਮੰਤਰ ਹੈ ਉਹ ਬੜਾ ਹੀ ਪਵਿੱਤਰ ਹੈ। ਵਾਹਿਗੁਰੂ ਗੁਰਮੰਤਰ ਹੈ ਜਪ ਹੋਮੈ ਖੋਈ। ਜਿਹੜਾ ਵੀ ਇਹ ਗੁਰਮੰਤਰ ਦਾ ਜਾਪ ਅੰਮ੍ਰਿਤ ਵੇਲੇ ਉੱਠ ਕੇ ਕਰਦਾ ਹੈ ਉਹਦੇ ਮਨ ਚੋਂ ਹਉਮੈ ਦੀ ਮੈਲ ਦੂਰ ਹੋ ਜਾਂਦੀ ਹੈ। ਮਹਾਰਾਜ ਨੇ ਕਲਯੁਗ ਦੇ ਅੰਦਰ ਸਤਜੁਗ ਵਰਤਾ ਦਿੱਤਾ। ਚਾਰ ਜਿਹੜੇ ਵਰਣ ਸੀਗੇ ਖੱਤਰੀ, ਬ੍ਰਾਹਮਣ, ਸ਼ੂਦਰ ਤੇ ਵੈਸ਼, ਉਹ ਚਾਰੇ ਇਕੱਠੇ ਭਾ ਕੇ ਪੰਗਤ ਦੇ ਅੰਦਰ ਲੰਗਰ ਛਕਾ ਦਿੰਦੇ ਨੇ। ਹੁਣ ਤੁਸੀਂ ਗੁਰੂ ਘਰ ਸਕਾਰਪੁਰੋਂ ਆਏ ਹੋ, ਅੱਜ ਤੇ ਪੈਂਡੇਮਿਕ ਕਰਕੇ ਆਪਾਂ ਇਕੱਠੇ ਸਾਰੇ ਨਹੀਂ ਲੰਗਰ ਛਕ ਸਕਦੇ, ਪਰ ਜੇ ਤੁਸੀਂ ਕੱਲ ਆਓ ਪਰਸੋਂ ਆਓ ਜਦੋਂ ਲੰਗਰ ਹਾਲ ਖੁੱਲਾ ਹੁੰਦਾ ਕੋਈ ਕਿਸੇ ਦੀ ਜਾਤ ਪੁੱਛਦਾ। ਗੁਰੂ ਘਰ ਦੇ ਅੰਦਰ ਦਰਬਾਰ ਸਾਹਿਬ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਗੁਰੂ ਰਾਮਦਾਸ ਮਹਾਰਾਜ ਦੇ ਲੰਗਰਾਂ ਦੇ ਅੰਦਰ ਕੋਈ ਮਰਜ਼ੀ ਆ ਜਾਵੇ ਸਾਰਿਆਂ ਦੇ ਲਈ ਲੰਗਰ ਖੁੱਲਾ ਹੈ, ਕਿਉਂਕਿ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਦਾ ਸਿਧਾਂਤ ਹੀ ਆਈ ਹੈ। ਕਲਯੁਗ ਦਾ ਸਿਧਾਂਤ ਕਲਯੁਗ ਦੇ ਅੰਦਰ ਸਤਜੁਗ ਵਰਤਾਇਆ ਸੱਚੇ ਪਾਤਸ਼ਾਹ ਨੇ। ਗੁਰੂ ਗੋਬਿੰਦ ਸਿੰਘ ਮਹਾਰਾਜ ਨੇ, ਕਲਗੀਧਰ ਪਾਤਸ਼ਾਹ ਨੇ, ਧੰਨ ਗੁਰੂ ਨਾਨਕ ਦੇਵ ਜੀ ਨੇ ਕਲਯੁਗ ਦੇ ਅੰਦਰ ਸਤਜੁਗ ਦਾ ਵਰਤਾਰਾ ਕਰ ਦਿੱਤਾ। ਬਈ ਕੋਈ ਵਰਨ ਭੇਦ ਨਹੀਂ ਰੱਖਿਆ। ਸਾਰਿਆਂ ਨੂੰ ਜਿਹੜੀ ਸਾਂਝ ਸੀਗੀ ਰੋਟੀ ਦੀ ਉਹ ਜ਼ਰੂਰ ਕਰਵਾਈ। ਕਿਸੇ ਨੂੰ ਕੱਪੜੇ ਦੀ ਲੋੜ ਹੈ, ਕਿਸੇ ਨੂੰ ਧਨ ਦੀ ਲੋੜ ਹੈ, ਤਦ ਗੁਰੂ ਘਰ ਦੇ ਅੰਦਰੋਂ ਕਿਰਤ ਕਰੋ, ਨਾਮ ਜਪੋ, ਵੰਡ ਕੇ ਛਕੋ ਦੇ ਸਿਧਾਂਤ ਦੇ ਨਾਲ ਉਹ ਗੱਲ ਸਿੱਧ ਹੋਈ। ਕਲਯੁਗ ਦੇ ਅੰਦਰ ਇੱਕ ਵਰਤਾ ਦਿੱਤਾ। ਰਾਣਾ ਰੰਗ ਬਰਾਬਰੀ ਪੈਰੀ ਪਵੜਾ ਜਗ ਵਰਤਾਇਆ। ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਦੁਨੀ ਚੰਦ ਵਰਗੇ ਹੰਕਾਰੀ ਰਾਜੇ ਸੀਗੇ। ਪੂਰੇ ਦੁਨੀ ਚੰਦ ਨੇ ਆਪਣੇ ਪੂਰੇ ਨਗਰ ਦੇ ਅੰਦਰ ਸਭ ਤੋਂ ਜ਼ਿਆਦਾ ਅਮੀਰ ਬੰਦਾ ਸੀ ਉਹ ਦੁਨੀ ਚੰਦ। ਉਹਨੇ ਕੀ ਕੀਤਾ, ਆਪਣੇ ਘਰ ਦੇ ਬਾਹਰ 7 ਝੰਡੇ ਲਵਾਏ ਸੀਗੇ। ਮਤਲਬ ਜਿਹਦੇ ਘਰ ਜਿੰਨੇ ਝੰਡੇ ਲੱਗੇ ਉਹਨਾਂ ਉਹਦਾ ਮਤਲਬ ਇਹ ਹੁੰਦਾ ਉਹਨੇ ਗੰਜ ਧਨ ਦੇ ਕੋਲ ਹੈ। ਆਪਾਂ ਇੱਕ ਖੂਹ ਪੱਟੀਏ ਤਾਂ ਇੱਕ ਗੰਜ ਹੋ ਜਾਂਦਾ 20 ਫੁੱਟ ਗਹਿਰਾ। ਉਹਦੇ ਘਰ ਦੇ ਬਾਹਰ 7 ਝੰਡੇ ਲੱਗੇ ਸਨ, ਮਤਲਬ ਕਿ ਇੰਨਾ ਧਨ ਸੀਗਾ ਬਈ ਆਪਾਂ 20 ਫੁੱਟ ਦੇ 7 ਖੂਹ ਪੱਟੀਏ ਤੇ ਇੰਨੀ ਸੋਨੇ ਦੀ ਸ਼ਰਫੀਆਂ ਸੀ ਉਹਦੇ ਘਰ। ਪਰ ਜਦੋਂ ਗੁਰੂ ਨਾਨਕ ਦੇਵ ਮਹਾਰਾਜ ਦੇ ਘਰ ਗਏ, ਮਹਾਰਾਜ ਸੱਚੇ ਪਾਤਸ਼ਾਹ ਨੇ ਉਹਨੂੰ ਇੱਕ ਸੂਈ ਦਿੱਤੀ। ਮਹਾਰਾਜ ਕਹਿੰਦੇ ਅਸੀਂ ਤੇਰੇ ਤੋਂ ਤਾਂ ਕੁਝ ਨਹੀਂ ਲੈਣਾ, ਇਹ ਜਿਹੜੀ ਇੱਕ ਨਿਡਲ ਹੈ, ਇੱਕ ਸੂਈ ਹੈ, ਇਹ ਤੂੰ ਸਾਨੂੰ ਦਰਗਾਹ ਦੇ ਅੰਦਰ ਦੇ ਦੇ। ਕਹਿੰਦਾ ਮਹਾਰਾਜ ਦੇ ਦੇਵਾਂਗਾ, ਕਿੱਡੀ ਵੱਡੀ ਗੱਲ ਹੈ। ਜਦੋਂ ਆਪਣੇ ਘਰ
ਪਹੁੰਚਿਆ ਤੇ ਘਰਵਾਲੀ ਨੂੰ ਦੱਸਿਆ ਜੀ ਇੱਕ ਪੀਰ ਆਏ ਸੀਗੇ, ਉਹਨਾਂ ਨੇ ਮੇਰੇ ਤੋਂ ਆ ਸੂਈ ਕਿਹਾ ਦਰਗਾਹ ਦੇ ਅੰਦਰ ਲੈ ਲਵੀਂ। ਘਰਵਾਲੀ ਨੇ ਕਿਹਾ ਨਾਲ ਤੇ ਇੱਕ ਅਸ਼ਰਫੀ ਵੀ ਨਹੀਂ ਜਾਣੀ, ਇੱਕ ਕੌਡੀ ਵੀ ਨਹੀਂ ਜਾਣੀ, ਤੇ ਤੂੰ ਸੂਈ ਕਿਸ ਤਰ੍ਹਾਂ ਲੈ ਜਾਵੇਂਗਾ, ਸਰੀਰ ਵੀ ਨਾਲ ਨਹੀਂ ਜਾਣਾ। ਅਗਲੇ ਦਿਨ ਸੋਝੀ ਹੋ ਗਈ, ਗੁਰੂ ਬਾਬਾ ਜੀ ਦੇ ਕੋਲ ਵਾਪਸ ਆਇਆ, ਕਿਹਾ ਮਹਾਰਾਜ ਇਹ ਸੂਈ ਤਾਂ ਜਾ ਨਹੀਂ ਸਕਦੀ ਦਰਗਾਹ ਦੇ ਅੰਦਰ। ਮਹਾਰਾਜ ਕਹਿੰਦੇ ਤੂੰ 7 ਗੰਜ ਧਨ ਦੇ ਜੋੜੀ ਬੈਠਾ ਹੈ, 7 ਝੰਡੇ ਘਰ ਦੇ ਬਾਹਰ ਲਾਈ ਬੈਠਾ ਹੈ, ਉਹ ਧਨ ਕਿਹਦੇ ਨਾਲ ਜਾਣਾ। ਮਨ ਨੂੰ ਸੱਟ ਮਾਰੀ ਪਾਤਸ਼ਾਹ ਨੇ। ਤੋ ਮਹਾਰਾਜ ਨੇ ਜਿਹੜਾ ਕੋਈ ਗਰੀਬ ਸੀਗਾ, ਜਿਹੜਾ ਕੋਈ ਅਮੀਰ ਸੀਗਾ, ਸਾਰਿਆਂ ਨੂੰ ਸਰਬ ਸਾਂਝਾ ਉਪਦੇਸ਼ ਵਾਹਿਗੁਰੂ ਗੁਰਮੰਤਰ ਦਾ ਦੇ ਕੇ ਆਪਣੇ ਚਰਨਾਂ ਤੇ ਨਵਾ ਲਿਆ। ਜਿੱਥੇ ਬਗਦਾਦ ਦੇ ਅੰਦਰ ਵੱਡੇ ਵੱਡੇ ਪੀਰ ਸੀਗੇ, ਦਸਤਗੀਰ ਵਰਗੇ, ਦਸਤਗੀਰ ਪੀਰ ਨੇ ਕਿਹਾ ਮਹਾਰਾਜ ਤੁਸੀਂ ਸਾਡੇ ਨਗਰ ਬਗਦਾਦ ਦੇ ਅੰਦਰ ਆ ਕੇ ਸਰੰਦਾ ਛੇੜਿਆ, ਰਬਾਬ ਛੇੜਿਆ। ਸਾਡੇ ਨਗਰ ਦੇ ਅੰਦਰ ਬਗਦਾਦ ਦੇ ਅੰਦਰ ਸੰਗੀਤ ਤੇ ਪਾਬੰਦੀ ਹੈ, ਕਿਉਂਕਿ ਇਸਲਾਮ ਧਰਮ ਦੇ ਅੰਦਰ ਸੰਗੀਤ ਦੇ ਉੱਤੇ ਪਾਬੰਦੀ ਹੈ। ਜਦ ਕਿ ਇਸਲਾਮ ਧਰਮ ਤੋਂ ਹੀ ਸਭ ਤੋਂ ਵੱਡੇ ਵੱਡੇ ਗੰਧਰਵ ਹੋਏ ਨੇ, ਉਸਤਾਦ ਨੁਸਰਤ ਅਲੀ ਫਤਿਹ ਖਾਨ ਉਹਨਾਂ ਦੇ ਧਰਮ ਚ ਹੋਏ ਨੇ, ਪਰ ਉਹਨਾਂ ਦੇ ਧਰਮ ਦੇ ਅੰਦਰ ਸੰਗੀਤ ਤੇ ਪਾਬੰਦੀ ਹੈ। ਮੁਹੰਮਦ ਇਕਬਾਲ ਜਿਹੜੇ ਹੋਏ ਨੇ ਉਹ ਕਵਿਤਾ ਦੇ ਸਭ ਤੋਂ ਵੱਡੇ ਫਾਨੀ ਮੰਨੇ ਗਏ ਨੇ, ਮੁਹੰਮਦ ਇਕਬਾਲ ਜੀ। ਜਿਸ ਤਰ੍ਹਾਂ ਸਿੱਖ ਧਰਮ ਦੇ ਅੰਦਰ ਭਾਈ ਵੀਰ ਸਿੰਘ ਗੁਰਮੁਖੀ ਦੇ, ਹਿੰਦੂ ਸਮਾਜ ਦੇ ਅੰਦਰ ਰਵਿੰਦਰਨਾਥ ਟੈਗੋਰ, ਉਸੇ ਤਰ੍ਹਾਂ ਇਸਲਾਮ ਧਰਮ ਦੇ ਅੰਦਰ ਮੁਹੰਮਦ ਇਕਬਾਲ। ਤੇ ਜਿਹੜੇ ਮੁਹੰਮਦ ਇਕਬਾਲ ਸੀਗੇ ਉਹ ਵੀ ਬੜੇ ਫਾਨੀ ਸੀਗੇ। ਉਹਨੇ ਕਿਹਾ ਮਹਾਰਾਜ ਤੁਸੀਂ ਰਬਾਬ ਕਿਉਂ ਛੇੜਿਆ ਬਗਦਾਦ ਦੀ ਧਰਤੀ ਤੇ। ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਅਸੀਂ ਇੱਕ ਸ਼ਬਦ ਗਾਇਆ, ਪਾਤਾਲਾ ਪਾਤਾਲ ਲੱਖ ਆਗਾਸਾ ਆਗਾਸ। ਕਿਹਾ ਮਹਾਰਾਜ ਸਾਡੇ ਧਰਮ ਦੇ ਅੰਦਰ ਤੇ 7 ਪਾਤਾਲ ਤੇ 7 ਆਕਾਸ਼ ਲਿਖੇ ਨੇ, ਤੁਸੀਂ ਲੱਖ ਕਿਸ ਤਰ੍ਹਾਂ ਕਹਿ ਦਿੱਤਾ। ਮਹਾਰਾਜ ਕਹਿੰਦੇ ਹੁਣੇ ਦਿਖਾ ਲਿਆਨੇ ਆ। ਮਹਾਰਾਜ ਨੇ ਦਸਤਗੀਰ ਦਾ ਬੇਟਾ ਨਾਲ ਲਿਆ ਤੇ ਮਹਾਰਾਜ ਅਕਾਲ ਪੁਰਖ ਵਾਹਿਗੁਰੂ ਦੇ ਦਰਬਾਰ ਦੇ ਅੰਦਰ ਤੱਕ ਲੈ ਗਏ। ਜਦੋਂ ਸੱਚਖੰਡ ਤੱਕ ਲੈ ਕੇ ਗਏ, ਮਹਾਰਾਜ ਸੱਚੇ ਪਾਤਸ਼ਾਹ ਨੇ ਦੇਖਿਆ ਉਹਦੇ ਬੇਟੇ ਨੇ ਦਸਤਗੀਰ ਦੇ ਬਈ ਲੱਖਾਂ ਹੀ ਪਤਾਲ ਤੇ ਲੱਖਾਂ ਹੀ ਆਕਾਸ਼ ਘੁਮਾ ਕੇ ਕਹਿੰਦਾ ਮਹਾਰਾਜ ਬੜੀ ਉਮਰ ਹੋ ਗਈ, ਅਸੀਂ ਇੰਨੇ ਚਿਰ ਤੋਂ ਘੁੰਮ ਰਹੇ ਹਾਂ, ਕਿੰਨੀ ਧਰਤੀਆਂ ਤੇ ਆਕਾਸ਼ ਦੇਖ ਲਏ, ਹੁਣ ਵਾਪਸ ਚੱਲੀਏ। ਜਿਸ ਤਰ੍ਹਾਂ ਜਪਜੀ ਸਾਹਿਬ ਦੇ ਅੰਦਰ ਲਿਖਿਆ ਨਾ, ਪਾਤਾਲਾ ਪਾਤਾਲ ਲੱਖ ਆਗਾਸਾ ਆਗਾਸ। ਉਹ ਜਿਹੜਾ ਲੱਖ ਹੈ ਨਾ, ਉਹ ਡੇਲੀ ਦੀਪਕ ਦੇ ਨਿਆਏ ਦੇ ਪ੍ਰਥਾਏ ਮਹਾਰਾਜ ਨੇ ਲਗਾਇਆ। ਪਾਤਾਲ ਪਾਤਾਲ ਉਹ ਵੀ ਲੱਖ ਨੇ, ਆਕਾਸ਼ ਆਕਾਸ਼ ਉਹ ਵੀ ਲੱਖ ਨੇ, ਉਹਨਾਂ ਦੀ ਵੀ ਕੋਈ ਗਿਣਤੀ ਨਹੀਂ, ਪਰੇ ਤੋਂ ਪਰੇ ਨੇ। ਤੇ ਜਦੋਂ ਵਾਪਸ ਆਏ ਤੇ ਦਸਤਗੀਰ ਨੇ ਪੁੱਛਿਆ ਮਹਾਰਾਜ ਆਪਣੇ ਬੇਟੇ ਨੂੰ, ਪੁੱਤਰ ਕਿੰਨੇ ਆਕਾਸ਼ ਤੇ ਪਤਾਲ ਦੇਖੇ। ਕਹਿੰਦਾ ਕੋਈ ਗਿਣਤੀ ਨਹੀਂ ਪਿਤਾ ਜੀ, ਕਿੰਨੇ ਪਤਾਲ ਤੇ ਆਕਾਸ਼ ਦੇਖੇ ਮੈਂ ਤੇ ਦੱਸ ਵੀ ਨਹੀਂ ਸਕਦਾ ਤੁਹਾਨੂੰ, ਪਰ 7 ਤਾਂ ਯਕੀਨਨ ਨਹੀਂ ਸੀਗੇ। ਤੇ ਕਹਿੰਦਾ ਮਹਾਰਾਜ ਮੈਂ ਤੁਹਾਨੂੰ ਪੀਰ ਤਾਂ ਮੰਨਾਂਗਾ ਤੁਸੀਂ ਮੇਰੇ 3 ਪ੍ਰਸ਼ਨਾਂ ਦੇ ਉੱਤਰ ਦਿਓ। ਮਹਾਰਾਜ ਕਹਿੰਦੇ ਤੂੰ ਜਿੰਨੇ ਪੁੱਛਣੇ ਆ ਪੁੱਛ ਲੈ। ਤੇ ਕਿਹਾ ਪਾਤਸ਼ਾਹ ਨੂੰ ਸਭ ਤੋਂ ਪਹਿਲੇ ਮਹਾਰਾਜ ਇੱਕ ਗੱਲ ਦੱਸੋ ਕਿ ਜੇ ਰੱਬ ਹੈ ਤਾਂ ਦਿਸਦਾ ਕਿਉਂ ਨਹੀਂ ਹੈ। ਅੱਜ ਸ਼ੰਕਾਵਾਦੀਆਂ ਦਾ ਪ੍ਰਸ਼ਨ ਹੈ ਕਈ ਬੜਿਆਂ ਦਾ, ਉਹ ਕਹਿੰਦੇ ਨੇ ਮਹਾਰਾਜ ਰੱਬ ਹੈ ਤੇ ਦਿਖਾਓ ਸਾਨੂੰ। ਮਹਾਰਾਜ ਕਹਿੰਦੇ ਜਦੋਂ ਕੋਈ ਪੀਰ ਸੰਤ ਮਹਾਤਮਾ ਆਵੇ ਨਾ ਨਗਰ ਦੇ ਅੰਦਰ, ਉਹਦੀ ਆਓ ਭਗਤ ਕਰੀ ਦੀ ਹੁੰਦੀ ਹੈ, ਸੁੱਕੇ ਸਵਾਲ ਨਹੀਂ ਪੁੱਛੀਦੇ ਹੁੰਦੇ। ਤੇ ਉਹਨੇ ਬਗਦਾਦ ਦੇ ਅੰਦਰ ਮਹਾਰਾਜ ਦੇ ਲਈ ਦੁੱਧ ਦਾ ਕਟੋਰਾ ਭਰ ਕੇ ਸੱਚੇ ਪਾਤਸ਼ਾਹ ਮਹਾਰਾਜ ਦੇ ਮੂਹਰੇ ਰੱਖਦਾ। ਜਦੋਂ ਗੁਰੂ ਨਾਨਕ ਸਾਹਿਬ ਦੇ ਫੁੱਲ ਬਾਉਲ ਆਫ ਮਿਲਕ ਮਹਾਰਾਜ ਦੇ ਸਾਹਮਣੇ ਰੱਖਿਆ, ਮਹਾਰਾਜ ਕਹਿੰਦੇ ਦਸਤਗੀਰ ਕਹਿੰਦਾ ਮਹਾਰਾਜ ਛਕੋ। ਮਹਾਰਾਜ ਕਹਿੰਦੇ ਪਹਿਲੇ ਤੇਰੇ ਪ੍ਰਸ਼ਨ ਦਾ ਜਵਾਬ ਦੇ ਦਈਏ, ਤੂੰ ਕੀ ਪੁੱਛਿਆ ਸੀ। ਕਿਹਾ ਮਹਾਰਾਜ ਰੱਬ ਹੈ ਤਾਂ ਦਿਸਦਾ ਕਿਉਂ ਨਹੀਂ। ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਇਸ ਦੁੱਧ ਦੇ ਅੰਦਰ ਘਿਓ ਹੈ। ਕਿਹਾ ਮਹਾਰਾਜ ਘਿਓ ਹੈ ਦੁੱਧ ਦੇ ਅੰਦਰ। ਸੱਚੇ ਪਾਤਸ਼ਾਹ ਕਿਹਾ ਮੈਨੂੰ ਤਾਂ ਦਿਸਦਾ ਨਹੀਂ। ਕਿਹਾ ਮਹਾਰਾਜ ਰਿੜਕਣਾ ਪਵੇਗਾ, ਦਹੀਂ ਬਣੇਗੀ, ਮੱਖਣ ਬਣੇਗਾ, ਫੇਰ ਜਾ ਕੇ ਦੁੱਧ ਉਸ ਨੂੰ ਕੁਝ ਆਂਚ ਦੇ ਉੱਤੇ ਜਲਾਇਆ ਜਾਏਗਾ, ਉਸ ਮੱਖਣ ਦਾ ਘਿਓ ਬਣੇਗਾ। ਸੱਚੇ ਪਾਤਸ਼ਾਹ ਕਿਹਾ ਤੇਰੇ ਪ੍ਰਸ਼ਨ ਦਾ ਵੀ ਇਹੀ ਉੱਤਰ ਹੈ। ਇਹ ਸੰਸਾਰ ਦੇ ਅੰਦਰ ਹੀ ਨਿਰੰਕਾਰ ਹੈ, ਪਰ ਉਸ ਵਾਹਿਗੁਰੂ ਦੇ ਮੰਤਰ ਨੂੰ ਜਪਣਾ ਪਵੇਗਾ। ਜਦ ਤੱਕ ਹਿਰਦੇ ਦੇ ਅੰਦਰੋਂ ਵਾਹਿਗੁਰੂ ਮੰਤਰ ਨਹੀਂ ਜਪਦੇ, ਉਸੇ ਤਰ੍ਹਾਂ ਜਿਸ ਤਰ੍ਹਾਂ ਦੁੱਧ ਨੂੰ ਰੜਕਣ ਤੋਂ ਬਿਨਾਂ ਘਿਓ ਨਹੀਂ ਬਣਦਾ, ਉਸੇ ਪ੍ਰਕਾਰ ਵਾਹਿਗੁਰੂ ਦਾ ਨਾਮ ਰਸਨਾ ਤੋਂ ਉਚਾਰੇ ਤੋਂ ਬਿਨਾਂ ਹਿਰਦੇ ਦੇ ਅੰਦਰ ਪ੍ਰਮਾਤਮਾ ਦਾ ਪ੍ਰਕਾਸ਼ ਨਹੀਂ ਹੁੰਦਾ, ਪ੍ਰਮਾਤਮਾ ਨਜ਼ਰ ਨਹੀਂ ਆਉਂਦਾ।
ਆਖਣਾ ਕਰੋ ਸਤਨਾਮ। ਸੱਚੇ ਪਾਤਸ਼ਾਹ ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ ਦੂਸਰਾ ਸਵਾਲ ਪੁੱਛਦਾ ਹੈ, ਪਾਤਸ਼ਾਹ ਪਰਮਾਤਮਾ ਤੋਂ ਪਹਿਲੇ ਕੀ ਸੀ? ਹੈ ਮੈਂ ਮੰਨ ਗਿਆ ਤੁਹਾਡੀ ਗੱਲ ਵੀ ਪਰਮਾਤਮਾ ਦਿਸਦਾ ਹੈ। ਮਹਾਰਾਜ ਕਹਿੰਦੇ ਜੇ ਕੁਝ ਤੂੰ ਸਾਨੂੰ ਮੋਤੀ ਲਿਆ ਕੇ ਦੇ ਦਵੇਂ ਇੱਕ ਥਾਲ ਦੇ ਅੰਦਰ, ਅਸੀਂ ਤੇਰੇ ਪ੍ਰਸ਼ਨ ਦਾ ਉੱਤਰ ਦੇ ਦੇਵਾਂਗੇ। ਕਹਿੰਦਾ ਮਹਾਰਾਜ ਨੂੰ ਲੱਗਦਾ ਹੈ ਵੀ ਮਹਾਰਾਜ ਲਾਲਚੀ ਹੋ ਗਏ ਨੇ, ਪੰਜਾਬ ਦੀ ਧਰਤੀ ਤੋਂ ਆਏ ਨੇ ਤੇ ਉੱਥੇ ਸ਼ਾਇਦ ਸਾਡੀ ਧਰਤੀ ਤੇ ਹੀਰੇ ਜਵਾਹਰਾਤ ਮੋਤੀ ਹੁੰਦੇ ਨੇ, ਉੱਥੇ ਇਹਨਾਂ ਨੇ ਨਹੀਂ ਦੇਖੇ ਤੇ ਮਨ ਦੇ ਅੰਦਰ ਇਹ ਸੋਚਦਾ ਹੋਇਆ ਮੋਤੀਆਂ ਦਾ ਥਾਲ ਮੰਗਵਾਇਆ। ਮਹਾਰਾਜ ਕਹਿੰਦੇ ਦਸਤਗੀਰ ਗਿਣਤੀ ਸ਼ੁਰੂ ਕਰ। ਦਸਤਗੀਰ ਨੇ ਹੱਥ ਦੇ ਅੰਦਰ ਮੋਤੀ ਚੱਕਿਆ, 1 2 3। ਮਹਾਰਾਜ ਕਹਿੰਦੇ ਠਹਿਰ ਜਾ, ਦੁਬਾਰਾ ਗਿਣਤੀ ਕਰ, ਗਿਣਤੀ ਗਲਤ ਕੀਤੀ। ਕਿਹਾ ਮਹਾਰਾਜ ਦੁਬਾਰਾ ਗਿਣ ਲੈਣਾ, 1 ਮੋਤੀ ਚੁੱਕਿਆ, 2 3। ਸੱਚੇ ਪਾਤਸ਼ਾਹ ਕਿਹਾ ਗਲਤੀ ਫੇਰ ਤੂੰ ਕਰ ਦਿੱਤੀ, ਗਿਣਤੀ ਨਹੀਂ ਆਉਂਦੀ ਤੈਨੂੰ। ਕਿਹਾ ਮਹਾਰਾਜ ਹੁਣ ਜਿੱਥੇ ਗਲਤੀ ਹੋਈ ਉੱਥੇ ਹੀ ਰੋਕਿਓ। ਪਹਿਲਾ ਮੋਤੀ ਚੁੱਕਿਆ, ਬੋਲਿਆ 1। ਮਹਾਰਾਜ ਕਹਿੰਦੇ ਗਲਤ, 1 ਤੋਂ ਪਹਿਲਾਂ ਕੀ ਹੈ? ਕਿਹਾ ਮਹਾਰਾਜ 1 ਤੋਂ ਪਹਿਲਾਂ ਕੁਝ ਵੀ ਨਹੀਂ, ਸ਼ੂन्य ਸੁੰਨ ਸਭ ਕੁਝ। ਮਹਾਰਾਜ ਕਹਿੰਦੇ ਪਰਮਾਤਮਾ ਤੋਂ ਵੀ ਪਹਿਲੇ ਕੁਝ ਨਹੀਂ, ਸੁੰਨ ਸਮਾਧੀ ਹੈ। ਉਹਦੀ ਜਿਹੜੀ ਧਰਤੀ ਹੈ ਉਹ ਵਿਸਮਾਦ ਹੈ। ਵਿਸਮਾਦ ਨਾਦ ਵਿਸਮਾਦ ਵੇਦ, ਵਿਸਮਾਦ ਜੀ ਵਿਸਮਾਦ ਭੇਦ। ਉਹ ਜਿਹੜੀ ਧਰਤੀ ਹੈ ਉਹ ਵਿਸਮਾਦ ਹੈ, ਪਰਮਾਤਮਾ ਤੋਂ ਪਹਿਲੇ ਵੀ ਕੁਝ ਨਹੀਂ। ਮਨ ਨੂੰ ਤਸੱਲੀ ਹੋ ਗਈ। ਕਿਹਾ ਮਹਾਰਾਜ ਚਲੋ ਮੈਂ ਵੀ ਮੰਨ ਗਿਆ ਵੀ ਪਰਮਾਤਮਾ ਦਿਸ ਜਾਂਦਾ ਹੈ, ਮੈਂ ਵੀ ਮੰਨ ਗਿਆ ਪਰਮਾਤਮਾ ਤੋਂ ਪਹਿਲਾਂ ਕੋਈ ਚੀਜ਼ ਨਹੀਂ, ਪਰ ਕਿਰਪਾ ਕਰਕੇ ਇਹ ਦੱਸ ਦਿਓ ਪਰਮਾਤਮਾ ਕਰਦਾ ਕੀ ਹੈ? ਵਾਟ ਇਜ਼ ਦਾ ਵਰਕ ਵਿਚ ਗੋਡ ਡੂ? ਉਹਦੀ ਕੀ ਐਕਟੀਵਿਟੀ ਹੈ ਸਾਰਾ ਦਿਨ? ਕਿਰਪਾ ਕਰਕੇ ਮਹਾਰਾਜ ਮੈਨੂੰ ਇਸ ਚੀਜ਼ ਦਾ ਪ੍ਰਕਾਸ਼ ਕਰ ਦਿਓ। ਮਹਾਰਾਜ ਕਹਿੰਦੇ ਦਸਤਗੀਰ ਤੁਹਾਡੇ ਜਿਹੜੇ ਜਿਨ੍ਹਾਂ ਨੇ ਤੁਹਾਨੂੰ ਪੜਾਇਆ, ਇੱਕ ਗੱਲ ਤੁਹਾਨੂੰ ਜ਼ਰੂਰ ਪੜਾਈ ਹੋਏਗੀ ਕਿ ਜਿਸ ਤੋਂ ਅਸੀਂ ਕੋਈ ਸਵਾਲ ਪੁੱਛੀਏ ਉਹਨੂੰ ਉੱਚੇ ਬਿਠਾਇਆ ਜਾਂਦਾ ਹੈ ਤੇ ਜਿਹੜਾ ਸਵਾਲ ਪੁੱਛਦਾ ਉਹ ਨੀਵਾਂ ਬੈਠਦਾ। ਪਰ ਤੂੰ ਜਿਹੜੇ ਆਪਣੇ ਸਵਾਲ ਪੁੱਛ ਰਿਹਾ ਸਾਡੇ ਤੋਂ, ਉਹ ਖੁਦ ਉੱਚੇ ਤਖਤ ਤੇ ਬੈਠਾ, ਸਾਨੂੰ ਨੀਵਾਂ ਪਾਇਆ। ਕਹਿੰਦਾ ਹਾਂ ਮਹਾਰਾਜ, ਸਾਡੇ ਇਸਲਾਮ ਧਰਮ ਦੇ ਅੰਦਰ ਜੇ ਅਸੀਂ ਆਪਣੇ ਕਿਸੇ ਪੀਰ ਪੈਗੰਬਰ ਤੋਂ ਕਿਸੇ ਤੋਂ ਸਵਾਲ ਪੁੱਛਣੇ ਨੇ ਤੇ ਸੱਚੇ ਪਾਤਸ਼ਾਹ ਅਸੀਂ ਝੁੱਕ ਕੇ ਪੁੱਛਦੇ ਹਾਂ, ਤੁਸੀਂ ਠੀਕ ਕਹਿ ਰਹੇ ਹੋ। ਉਹ ਮਹਾਰਾਜ ਨੂੰ ਉੱਤੇ ਬਿਠਾ ਦਿੰਦਾ ਹੈ, ਆਪ ਥੱਲੇ ਸਾਹਮਣੇ ਬਹਿ ਜਾਂਦਾ। ਜਦੋਂ ਗੁਰੂ ਬਾਬਾ ਜੀ ਥੱਲੇ ਬਹਿ ਜਾਂਦੇ ਨੇ, ਨੇਤਰ ਬੰਦ ਕਰਕੇ ਸੱਚੇ ਪਾਤਸ਼ਾਹ 2 ਮਿੰਟ ਕੁਝ ਬੋਲਦੇ ਨਹੀਂ। ਦਸਤਗੀਰ ਦੇਖਦਾ ਥੱਲੇ ਬੈਠਾ। ਗੁਰੂ ਬਾਬਾ ਜੀ ਨੂੰ ਪੁੱਛਦਾ, ਬਾਬਾ ਜੀ ਮੈਂ ਇੱਕ ਪ੍ਰਸ਼ਨ ਪੁੱਛਿਆ ਸੀਗਾ, ਪਰਮਾਤਮਾ ਕਰਦਾ ਕੀ ਹੈ ਉਹਦਾ ਜਵਾਬ ਦਿਓ। ਤੁਸੀਂ ਤਾਂ ਮੌਨ ਧਾਰ ਕੇ ਤਖਤ ਤੇ ਬਹਿ ਗਏ। ਸੱਚੇ ਪਾਤਸ਼ਾਹ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਨੇਤਰ ਖੋਲੇ ਤੇ ਪੀਰ ਦਸਤਗੀਰ ਨੂੰ ਇੱਕ ਗੱਲ ਕਹੀ। ਕਹਿੰਦੇ ਦਸਤਗੀਰ ਪਰਮਾਤਮਾ ਬਸ ਇਹੀ ਕਰਦਾ ਹੈ, ਜਿਹੜਾ ਥੱਲੇ ਬੈਠਾ ਹੈ ਉਹਨਾਂ ਨੂੰ ਤਖਤਾਂ ਤੇ ਬਹਾ ਦਿੰਦਾ ਹੈ, ਜਿਹੜੇ ਤਖਤ ਤੇ ਬੈਠੇ ਨੇ ਉਹਨਾਂ ਨੂੰ ਥੱਲੇ ਕਰ ਦਿੰਦਾ। ਆਖਣਾ ਕਰੋ ਸਤਨਾਮ। ਪਰਮਾਤਮਾ ਦਾ ਇਹੀ ਕੰਮ ਹੈ। ਸੁਲਤਾਨਾ ਘਾਓ ਕਰਾਇੰਦਾ, ਨਦਰ ਉਪੱਠੀ ਜੇ ਕਰੇ ਸੁਲਤਾਨਾ ਘਾਓ ਕਰਾਇੰਦਾ। ਜੇ ਉਹ ਪੁੱਠੀ ਨਜ਼ਰ ਕਰ ਲਵੇ ਨਾ ਤੇ ਵੱਡੇ ਵੱਡੇ ਬਾਦਸ਼ਾਹਾਂ ਨੂੰ ਮੂੰਹ ਦੇ ਅੰਦਰ ਘਾਹ ਪਵਾ ਦਿੰਦਾ ਹੈ, ਵੱਡਿਆਂ ਵੱਡਿਆਂ ਨੂੰ ਝੁਕਾ ਦਿੰਦਾ ਹੈ। ਜਿਹੜੇ ਹੰਕਾਰੀ ਕਹਿੰਦੇ ਸੀ ਨਾ ਕਿਸੇ ਨੇ ਨਹੀਂ ਝੁਕਣਾ, ਕੱਲ ਰਾਤ ਨੂੰ ਇੰਡੀਆ ਦੀ ਕੱਲ ਸਵੇਰ ਸੀ, ਉਧਰੋਂ ਨਿਊਜ਼ ਆ ਗਈ ਕਿਸਾਨੀ ਮੋਰਚਾ ਖਾਲਸੇ ਨੇ ਫਤਿਹ ਕਰ ਦਿੱਤਾ। ਬੋਲੇ ਸੋ ਨਿਹਾਲ। ਖਾਲਸਾ ਜੀ ਕਿਸਾਨੀ ਮੋਰਚੇ ਦਾ ਜਕਾਰਾ ਢਿੱਲਾ ਨਾ ਲਾਓ, 700 ਸਿੰਘਾਂ ਦੀ ਸ਼ਹੀਦੀ ਪਿੱਛੇ ਬੋਲਦੀ ਹੈ। ਬੋਲੇ ਸੋ ਨਿਹਾਲ। ਸੋ ਗੁਰੂ ਖਾਲਸਾ ਪੰਥ ਦੇ ਅੰਦਰ ਤਾਂ ਮੁੱਢ ਤੋਂ ਮਰਿਆਦਾ ਰਹੀ ਹੈ। ਜੇ ਕਿਤੇ ਮੱਸਾ ਰੰਗੜ ਖੰਗਿਆ ਸੀਗਾ, ਸੁੱਖਾ ਸਿੰਘ ਤੇ ਮਹਿਤਾਬ ਸਿੰਘ ਨੇ ਬਰਛੇ ਤੇ ਟੰਗ ਲਿਆ। ਜਦੋਂ ਕਿਤੇ 84 ਦੇ ਅੰਦਰ ਖੜਕੇ ਸੀਗੇ, ਅਗਲਿਆਂ ਨੇ ਲੋਹਾ ਪੂਰਾ ਮੈਗਜ਼ੀਨ ਦਾ ਛਾਤੀ ਜਵਿੰਤਾ। ਖਾਲਸਾ ਜੀ ਖਾਲਸੇ ਪੰਥ ਦੀ ਸ਼ੁਰੂ ਤੋਂ ਮਰਿਆਦਾ ਰਹੀ ਹੈ, ਜਿੱਥੇ ਗੁਰੂ ਕਾ ਸਿੰਘ ਜਾ ਕੇ ਪੈਰ ਰੱਖ ਦਿੰਦਾ ਉੱਥੋਂ ਫਿਰ ਵਾਪਸ ਨਹੀਂ ਮੁੜਦਾ। ਬਾਬਾ ਦੀਪ ਸਿੰਘ ਜੀ ਨੇ ਅਰਦਾਸ ਕੀਤੀ ਸੀ ਤਰਨ ਤਾਰਨ ਸਾਹਿਬ ਕਿ ਸੱਚੇ ਪਾਤਸ਼ਾਹ ਉਹਨਾਂ ਦਾ ਸ਼ਹੀਦੀ ਦਿਹਾੜਾ ਲੰਘ ਕੇ ਗਿਆ ਹੈ ਮੰਗਲਵਾਰ ਨੂੰ। ਬਾਬਾ ਦੀਪ ਸਿੰਘ ਨੇ ਅਰਦਾਸ ਕੀਤੀ ਸੀਗੀ, ਗੁਰੂ ਰਾਮਦਾਸ ਮਹਾਰਾਜ ਤੁਹਾਡੇ ਚਰਨਾਂ ਦੇ ਅੰਦਰ ਆਪਣਾ ਸੀਸ ਭੇਟਾ ਕਰਾਂਗੇ, ਜਹਾਨ ਖਾਨ ਤੋਂ ਤਹਿਮੂਰ ਤੋਂ ਅਬਦਾਲੀ ਤੋਂ ਬਦਲਾ ਲਵਾਂਗੇ। ਉਹਨਾਂ ਨੇ ਹਰਮੰਦਰ ਸਾਹਿਬ ਪੂਰਿਆ।
ਟਾਲਾ ਸਾਹਿਬ ਗੁਰਦੁਆਰਾ ਸਾਹਿਬ ਜਹਾਨ ਖਾਨ ਤੇ ਬਾਬਾ ਦੀਪ ਸਿੰਘ ਨੇ ਦੋਨਾਂ ਨੇ ਭਰਵਾਂ ਵਾਰ ਕੀਤਾ। 7 ਫੁੱਟੇ ਜਵਾਨ ਨੇ, ਯੋਧਾ ਸੀਗਾ। ਬਾਬਾ ਦੀਪ ਸਿੰਘ ਦਾ ਵੀ ਸੀਸ ਉਤਰ ਗਿਆ ਤੇ ਦੂਜੇ ਪਾਸਿਓਂ ਜਹਾਨ ਖਾਨ ਦਾ ਵੀ ਸੀਸ ਉਤਰ ਗਿਆ। ਦੋਨਾਂ ਦੇ ਸੀਸ ਉਤਰ ਗਏ ਤੇ ਬਾਬਾ ਦੀਪ ਸਿੰਘ ਜੀ ਦਾ ਸੀਸ ਉਤਰਿਆ। ਭਾਈ ਲੱਖਾ ਸਿੰਘ ਨੇ ਧੜ ਦੇ ਕੋਲ ਜਾ ਕੇ ਕਿਹਾ, ਬਾਬਾ ਦੀਪ ਸਿੰਘ ਜੀ, ਆਪ ਜੀ ਅਰਦਾਸਾ ਸੋਧ ਕੇ ਆਏ ਹੋ ਕਿ ਖਾਲਸਾ ਪੰਥ ਜਿਹੜਾ ਹੈ ਉਹ ਗੁਰੂ ਰਾਮਦਾਸ ਮਹਾਰਾਜ ਜੀ ਦੇ ਚਰਨਾਂ 'ਚ ਸੀਸ ਭੇਟਾ ਕਰੇਗਾ। ਬਾਬਾ ਦੀਪ ਸਿੰਘ ਜੀ ਨੇ ਖੱਬੀ ਤਲੀ ਤੇ ਸੀਸ ਟਿਕਾਇਆ, ਸੱਜੇ ਹੱਥ ਦੇ ਨਾਲ ਧੜ ਨੇ 18 ਸ਼ੇਰ ਦਾ ਖੰਡਾ ਬਾਬਾ ਦੀਪ ਸਿੰਘ ਜੀ 75 ਸਾਲ ਦੀ ਉਮਰ ਵਿੱਚ ਚੱਕਿਆ ਤੇ ਜਦੋਂ ਜੰਗ ਦੇ ਅੰਦਰ ਦੁਬਾਰਾ ਖੜੇ ਹੋ ਗਏ, ਖਾਲਸੇ ਨੇ ਬੋਲੇ ਸੋ ਨਿਹਾਲ ਤੇ ਸਤਿ ਸ੍ਰੀ ਅਕਾਲ ਦੇ ਜਕਾਰੇ ਲਾ ਦਿੱਤੇ। ਗੁਰੂ ਖਾਲਸਾ ਪੰਥ ਦੇ ਅੰਦਰ ਦੁਬਾਰਾ ਬਾਬਾ ਰਣ ਸਿੰਘ ਜੀ, ਬਾਜ ਸਿੰਘ ਦੁਬਾਰਾ ਤਿਆਰ ਬਰ ਤਿਆਰ ਹੋਏ 5 ਸਿੰਘ। ਤੇ ਜਦੋਂ ਇਹ ਗੱਲ ਮੁਗਲਾਂ ਨੇ ਦੇਖੀ, ਉਹਨਾਂ ਨੇ ਕਿਹਾ, ਸਾਡੇ ਘਰ ਦੇ ਅੰਦਰ ਤਾਂ ਪਠਾਨ ਜੰਗ ਲੜਦੇ ਨੇ, ਸ਼ਹੀਦ ਹੋ ਜਾਂਦੇ ਨੇ, ਪਰਮਾਤਮਾ ਦੇ ਕੋਲ ਪਹੁੰਚਦੇ ਨੇ, ਪਰ ਗੁਰੂ ਕੇ ਮਹਾਨ ਸਿੰਘ ਆਪਣੀ ਸ਼ਹਾਦਤਾਂ ਤੋਂ ਬਾਅਦ ਵੀ ਜੰਗ ਲੜ ਰਹੇ ਨੇ। ਸੋ ਖਾਲਸਾ ਜੀ ਐਸਾ ਖਾਲਸਾ ਪੰਥ ਹੈ ਜੋ ਕਦੇ ਪਿੱਛੇ ਪੈਰ ਨਹੀਂ ਦੱਬਦਾ। ਆਓ ਮਹਾਰਾਜ ਦੀ ਅਖੀਰਲੀ ਪੰਕਤੀਆਂ ਪੜ੍ਹ ਕੇ ਸਮਾਂ ਆਪਣੀ ਚਾਲ ਦੇ ਨਾਲ ਚੱਲ ਰਿਹਾ, ਸਮਾਪਤੀ ਵੱਲ ਚੱਲੀਏ ਜੀ। ਉਲਟਾ ਖੇਲ ਕਰਮ ਦਾ ਪੈਰਾਂ ਉੱਪਰ ਸੀਸ ਨਿਵਾਇਆ। ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਉਲਟੀ ਗੰਗਾ ਵਹਾ ਦਿੱਤੀ। ਜਿੱਥੇ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਭਾਈ ਲਹਿਣਾ ਜੀ ਨੂੰ ਮੱਥਾ ਟੇਕ ਦਿੱਤਾ, ਗੁਰੂ ਅੰਗਦ ਦੇਵ ਜੀ ਨੂੰ ਆਪਣੇ ਗਲ ਨਾਲ ਲਾ ਲਿਆ, ਅੰਗਦ ਬਣਾ ਕੇ ਉਹਨਾਂ ਨੂੰ ਮੱਥਾ ਟੇਕ ਦਿੱਤਾ। ਅੱਜ ਤੱਕ ਕਿਸੇ ਵੀ ਪੀਰ ਪੈਗੰਬਰ ਨੇ ਆਪਣੇ ਚੇਲੇ ਨੂੰ ਮੱਥਾ ਨਹੀਂ ਟੇਕਿਆ ਸੀ। ਸੱਚੇ ਪਾਤਸ਼ਾਹ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਉਲਟੀ ਗੰਗ ਵਹਾਇਓਨ, ਉਹਨਾਂ ਨੇ ਉਲਟੀ ਗੰਗਾ ਵਹਾ ਕੇ ਗੁਰੂ ਅੰਗਦ ਦੇਵ ਜੀ ਨੂੰ ਮੱਥਾ ਟੇਕ ਦਿੱਤਾ। ਕਲ ਜੁਗ ਬਾਬੇ ਤਾਰਿਆ, ਸਤਨਾਮ ਪੜ ਮੰਤਰ ਸੁਣਾਇਆ। ਕਲਯੁਗ ਦੇ ਅੰਦਰ ਸਤਨਾਮ ਸ਼੍ਰੀ ਵਾਹਿਗੁਰੂ ਦਾ ਮੰਤਰ ਜਪਵਾਇਆ ਸੱਚੇ ਪਾਤਸ਼ਾਹ ਨੇ। ਸਤਨਾਮ ਤੇਰਾ ਪਰਾ ਪੂਰਬਲਾ, ਸੱਚਾ ਨਾਮ ਵਾਹਿਗੁਰੂ ਅਕਾਲ ਪੁਰਖ ਦਾ ਖਾਲਸੇ ਦੀ ਝੋਲੀ ਚ ਪਾਇਆ। ਵਾਹਿਗੁਰੂ ਮੰਤਰ ਦ੍ਰਿੜ ਕਰਾ ਕੇ ਖਾਲਸੇ ਦੀ ਚੜ੍ਹਦੀ ਕਲਾ ਦੀ ਨਿਸ਼ਾਨੀ ਬਣਾ ਦਿੱਤੀ। ਕਲ ਤਾਰਣ ਗੁਰ ਨਾਨਕ ਆਇਆ। ਕਲਯੁਗ ਦੇ ਤਾਰਨ ਦੇ ਲਈ ਸੱਚੇ ਪਾਤਸ਼ਾਹ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਜਿੱਥੇ ਬਲਖ, ਬੁਖਾਰਾ, ਕਸ਼ਮੀਰ, ਮੁਲਤਾਨ, ਬਗਦਾਦ, ਰੂਸ, ਅਫਗਾਨਿਸਤਾਨ, ਕਿੱਥੇ ਕਿੱਥੇ ਜਾ ਕੇ ਮਹਾਰਾਜ ਨੇ ਆਪਣੇ ਚਰਨ ਪਾਏ ਤੇ ਸੱਚੇ ਪਾਤਸ਼ਾਹ ਨੇ ਸਤਨਾਮ ਦਾ ਮੰਤਰ ਦ੍ਰਿੜਾ ਕੇ ਕਲਯੁਗ ਦੇ ਅੰਦਰ ਹਿੰਦੂਆਂ ਕੇ ਗੁਰੂ, ਮੁਸਲਮਾਨਾਂ ਦੇ ਪੀਰ ਬਣ ਕੇ ਗੁਰੂ ਨਾਨਕ ਦੇਵ ਮਹਾਰਾਜ ਨੇ ਸਰਬ ਸਾਂਝਾ ਉਪਦੇਸ਼ ਸਮੂਹ ਜਗਤ ਨੂੰ ਦੇ ਕੇ ਆਪਣੇ ਗੱਲ ਨਾਲ ਲਾ ਲਿਆ ਤੇ ਮਹਾਰਾਜ ਨੇ ਕਿਹਾ, ਸ਼ੁਭ ਅਮਲਾ ਬਾਜੋ ਦੋਨੋਂ ਰੋਈ। ਜਿਹੜਾ ਵੀ ਸ਼ੁਭ ਅਮਲ ਰੱਖੇਗਾ ਉਹ ਇਸ ਧਰਤੀ ਦੇ ਉੱਤੇ ਉਹਦਾ ਪਾਰ ਉਤਾਰਾ ਹੋਵੇਗਾ। ਸਮੂਹ ਖਾਲਸੇ ਪੰਥ ਨੂੰ, ਸਾਰੀ ਸੰਗਤ ਨੂੰ ਆਈ ਗੁਰਦੁਆਰੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਗੁਰਪੁਰਬ ਦੀਆਂ ਲੱਖ ਲੱਖ ਵਧਾਈਆਂ। ਸਤਿਕਾਰਯੋਗ ਭਾਈ ਸਾਹਿਬ ਭਾਈ ਹਰਜੋਤ ਸਿੰਘ ਜੀ ਹੁਣ ਆਪ ਜੀ ਦੇ ਸਨਮੁਖ ਕੀਰਤਨ ਦੀ ਹਾਜ਼ਰੀ ਭਰਨਗੇ। ਪ੍ਰੇਮ ਦੇ ਨਾਲ ਸਰਵਣ ਕਰੀਏ ਜੀ। ਗੱਜ ਕੇ ਫਤਿਹ ਬੁਲਾਈਏ ਤੇ ਕਿਸਾਨੀ ਮੋਰਚੇ ਦੀ ਸਾਰੇ ਹੀ ਸੰਗਤ ਨੂੰ, ਖਾਲਸੇ ਨੂੰ ਬਹੁਤ ਬਹੁਤ ਵਧਾਈਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।